ਵਾਹਿਗੁਰੂ ਸਾਹਿਬ ਜੀ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਸੱਜਣ ਸੱਚਾ ਪਾਤਸ਼ਾਹੁ, ਸਿਰ ਸਾਹਾਂ ਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ। ਅਨਕ ਜਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛਪਾਇਆ। ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਜ ਰਹੇ ਸਰਬੱਤ ਮਾਈ ਭਾਈ ਗੁਰੂ ਖਾਲਸਾ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਪ੍ਰੇਮ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ। ਸਮੁੱਚੇ ਨਗਰ ਆਲਾ ਚੌਰ ਦੀ ਸੰਗਤ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਤਿਗੁਰਾਂ ਨੇ ਕਿਰਪਾ ਕੀਤੀ। ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਨੌਤ ਸਿੰਘ ਜੀ, ਨਿਹੰਗ ਸਿੰਘ ਜੀ, ਤਿਨਾਂ ਦੇ ਅਸਥਾਨ ਵਿਖੇ ਜਿੱਥੇ ਗੁਰੂ ਕੇ ਲੰਗਰ ਲਾਏ ਜਾਂਦੇ ਹਨ, ਨਾਲ ਨਾਲ ਗੁਰੂ ਕੇ ਸ਼ਬਦ ਦੇ ਲੰਗਰ ਵੀ ਵਰਤੇ। ਲੰਗਰ ਚੱਲੇ ਗੁਰ ਸ਼ਬਦ ਹਰ, ਟੋਟ ਨਾ ਆਵੀ ਖਟੀਏ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ, ਨਗਰ ਵੱਲੋਂ ਸੇਵਾ ਹੋਈ ਅਤੇ ਸਤਿਕਾਰਯੋਗ ਭਾਈ ਗੁਰਦੇਵ ਸਿੰਘ ਜੀ, ਤਿਨਾਂ ਵੱਲੋਂ ਵੀ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ। ਸਤਿਗੁਰਾਂ ਨੇ ਕਿਰਪਾ ਕੀਤੀ। ਰਾਗੀ ਸਾਹਿਬਾਨਾਂ ਦੀ ਰਸਨਾ ਤੋਂ ਆਪਾਂ ਸਾਰਿਆਂ ਨੇ ਸ਼ਬਦ ਸਰਵਣ ਕੀਤੇ ਹਨ। ਕੁੱਤੀ ਗੰਢ ਪਵੈ ਸੰਸਾਰ, ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸੰਸਾਰ ਦੇ ਨਾਲ ਗੰਢ ਪਾਈ ਹੈ। ਗ੍ਰਹਿ ਵਿਖੇ ਪੋਤਰੇ ਦੀ ਦਾਤ ਬਖਸ਼ਿਸ਼ ਕੀਤੀ। ਉਸ ਵਾਹਿਗੁਰੂ ਦਾ ਸ਼ੁਕਰਾਨਾ ਹੈ, ਧੰਨਵਾਦ ਹੈ, ਜਿਹੜਾ ਵਾਹਿਗੁਰੂ ਸਾਨੂੰ ਦਾਤਾਂ ਦੇ ਕੇ ਨਿਵਾਜਦਾ ਹੈ ਪਰ ਕਦੇ ਚਿਤਾਰਦਾ ਨਹੀਂ। ਇਸੇ ਵਾਸਤੇ ਗੁਰਬਾਣੀ ਵਿੱਚ ਵਚਨ ਕਹਿ ਦਿੱਤੇ, ਦੱਤਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਨਾਲ ਵਚਨ ਕਹੇ, ਵੱਡਾ ਦਾਤਾ ਤਿਲ ਨਾ ਤੁਮਾਈ। ਉਸ ਵਾਹਿਗੁਰੂ ਦੀਆਂ ਦਾਤਾਂ ਵੱਡੀਆਂ ਨੇ ਔਰ ਵਰਤਾਈ ਜਾਂਦਾ, ਟੋਟਾ ਕੋਈ ਨਹੀਂ ਆਉਂਦਾ। ਪਰ ਫੇਰ ਵੀ ਕਹਿੰਦੇ ਤਿਲ ਮਾਤਰ ਵੀ ਤਮਾ ਨਹੀਂ ਕਰਦਾ। ਸੋ ਰਹੋ ਵਿਚਾਰ। ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਐਸੇ ਮਹਾਨ ਅਸਥਾਨ, ਸਾਧੂਆਂ ਦੇ ਅਸਥਾਨ ਵਿਖੇ ਇਕੱਤਰਤ ਹੋਏ ਹੋ। ਜਿਵੇਂ ਸਾਧ ਸੰਗਤ ਜੀ ਇੱਕ ਵਚਨ ਆਉਂਦੇ ਹਨ, ਵਿਦ ਵਤ ਜਗ ਫਲ ਹੋਤ ਹੈ, ਦਵਿਜ ਉਤਮ ਫਲ ਗੋਤ। ਸਾਧ ਨਿਕਟ ਚਲ ਜਾਤ ਹੀ, ਜਗ ਫਲ ਪਗ ਪਗ ਹੋਤ। ਕਹਿੰਦੇ ਇੱਕ ਜਗ ਸੰਪੂਰਨ ਕਰਨਾ ਹੋਵੇ ਤਾਂ ਉਹਦੇ ਵਾਸਤੇ ਅਨੇਕਾਂ ਹੀ ਯਤਨ ਕਰਨੇ ਪੈਂਦੇ, ਫਿਰ ਕਿਤੇ ਜਾ ਕੇ ਸਿਰੇ ਚੜ੍ਹਦਾ।
पर जे साधु की शरण विच जाइए, कहते जे साधु वाल नूं तुर के जाइए भी एक एक कदम चलण का जिहड़ा फल है वो एक एक साध संगत जी जग का फल मिल जाता। ऐसे सतपुरुषों के स्थान ते आए हाँ, गुरु पातशाह जी ने कृपा की। फिर ये भी वचन आते हैं भी साध हुंदा कौन है, ਉਹਦੇ बारे वचन हैं विद्वानां दे। उन्हां वचनां दे विच सुंदर वचन कहे, कहते जिहड़ा साधु है, साधु भूखा नाम, साधु भूखा भाऊ का। साधु साध संगत जी प्रेम दे भुखे हैं। साधु भूखा भाऊ का, धन का भूखा ना है, वो धन दे भुखे नहीं हैं। जो धन का भूखा फिरे सो साधु भी ना है। कहते जिहड़े धन दे भुखे फिरदे ने वो भी साधु भी नहीं हैं। उदा साध संगत जी मेरे वर्गे भेखी बन सकते पर असली साधु नहीं हैं। गुरबाणी विच पातशाह जी ने वचन कह दिते, साध नाम निर्मलता के कारण। ऐसे सतपुरुषों के स्थान ते आपां सजे हाँ। सतगुरु पातशाह जी कृपा करन साडे सारियां अंदर, सारे नगर दीयां संगतां अंदर गुरु पातशाह जी अपने प्यारियां दा ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧੀ ਸਾਰਿਆਂ ਅੰਦਰ ਪ੍ਰੇਮ ਭਾਵਨਾ ਭਗਤੀ ਬਣਾ ਕੇ ਰੱਖਣ। ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਹਨ, ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ਼ ਕੋ। ਜਿਹਦੇ ਅੰਦਰ ਭਾਵਨਾ ਨਹੀਂ ਹੈ ਉਹ ਸਾਧ ਸੰਗਤ ਦੀ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕਰ ਸਕਦਾ। ਇਸ ਵਾਸਤੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਹੈ, ਪ੍ਰੇਮ ਬਣਾ ਕੇ ਰੱਖਣ। ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ। रागी साहिबाना की रचना तो अमृतमय गुरबाणी के कीर्तन आपां सारिਆਂ ने श्रवण किए, लाहे प्राप्त किए हैं। गुरबाणी का कीर्तन गायन करने वालियां वास्ते भी गुरु साहिब जी ने गुरबाणी विच महान वचन कहे हैं। जिथे शब्द श्रवण करवा रहे सन भाई करमजीत सिंह जी, भलो भलो भला 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 तेरा रूप, अत सुंदर अपार अनूप। उथे नाले वचन कहे, भलो भलो रे कीर्तनिया, राम रमा रामा गुण गाओ, छोड़ माया को धंध सुआओ। पातशाह जी कहते जिहड़े वाहिगुरू की कीर्तन महिमा करते हैं, भलो भलो रे, ऐसे कीर्तन करने वाले वाहिगुरू दे वो भले हैं चंगे हैं। पर नाल अगे शर्त रख दी, जिवें गुरबाणी विच होर थावें भी बेअंत वचन आउंदे हन कि जिहड़ा परमेश्वर वाहिगुरू है, सतगुर सिख के बंधन कट है, गुर का सिख बकार ते हट है। सतगुरु सिखां दे बंधन कटदे हन, पर तां जे गुरु का सिख विकार कर्म करन तो हटेगा। इवें साध संगत जी इधरले पासे पातशाह जी ने वचन रखिया, कहते वो चंगे हन गुरु की कीर्तन महिमा करन वाले, वो भले हन, पर किहड़े छोड़ माया को धंध सुआओ। भी माया नूं छड्ड के जिहड़े कीर्तन करते हैं, जे मन विच साध संगत जी माया की लालसा होवे ते जे किसी ने माया ना दिती तां उहदे नाल लड़ना जां साध संगत जी मंग के लैणी। जिवें किसी विद्वान दे वचन हन, आप दिया सो दूध बराबर, मांग लिया आप दिया सो दूध बराबर, मांग लिया सो पानी, खोस लिया सो रक्त बराबर। अगे महाराज का नाम लै देंदे, कहो नानक तेरे बानी बनाई हुई तो आप दी बाणी है, पर महाराज जी नहीं है। इस वास्ते कहते जिहड़ा अपने आप लेना तो दुੱਧ वर्गा हुंदा, जिहड़ा मंग के लेना वो पानी के सदर्श है, जिहड़ा खो के लेना साध संगत जी वो लहू के बराबर है। जे आपां इवें लवांगे तो मालक भागो विच ते साडे विच फर्क की रहा। पर जिहड़े साध संगत जी दुनिया के लोग हैं, कई कह देंगे वो तो मन घुमाता सी, वो तो प्रतीत करा दिता सी भी मालक भागो दे कूड़ियां दे विचों लहू निकलिया सी। पर जिहड़े दुनिया के लोग तर्कवादी हैं, जिन्हां दे मनां विच तर्कां हैं, वो साध संगत जी है नहीं कदे मनदे। वो तो जिवें हत्थ ते सरों जमान वाला काम होवे फिर ही मनदे हैं। महाराज ने आप मालक भागो दे कूड़ियां नूं निचोड़ के साध संगत जी लहू कढ़ के दिखा दिता सी। भाई लालो दे सुके कोधरे के प्रशादिया विचों साध संगत जी दुੱਧ निकलिया सी। ये साध संगत जी ताही भाई गुरदास साहब जी ने वचन कहे हैं, किरत बिरत कर धर्म दी, हथों दे के भला बना दे।
ਇਸੇ ਵਾਸਤੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਇਹ ਹੁਕਮ ਕੀਤੇ ਹਨ, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਉਸ ਮੁਤਾਬਕ ਸਾਧ ਸੰਗਤ ਜੀ ਇਹ ਸਾਰੇ ਨਗਰ ਵੱਲੋਂ, ਸਾਰੀਆਂ ਸੰਗਤਾਂ ਵੱਲੋਂ, ਭਾਈ ਗੁਰਦੇਵ ਸਿੰਘ ਜੀ ਤੇ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੇ ਇੱਥੇ ਭੰਡਾਰੇ ਚੱਲੇ ਹਨ। ਇਹ ਸਾਧ ਸੰਗਤ ਜੀ ਧੰਨ ਕਿਸੇ ਦਾ ਆਪਦਾ ਨਹੀਂ ਹੈ, ਅੱਜ ਮੇਰੀ ਜੇਬ 'ਚ ਹੈ, ਕੱਲ੍ਹ ਨੂੰ ਕਿਸੇ ਹੋਰ ਦੀ 'ਚ ਹੋਵੇਗਾ, ਪਰ ਇਹਦੇ ਨਾਲ ਜਿਹੜਾ ਚੰਗਾ ਕਰ ਲਈਏ ਉਹਦਾ ਹੀ ਸਾਧ ਸੰਗਤ ਜੀ ਲਾਭ ਹੈ। ਹੋਰ ਇਹਦੇ ਵਿੱਚ ਬਰਕਤਾਂ ਵੀ ਤਾਂ ਹੀ ਪੈਣੀਆਂ ਕਿ ਜੇ ਸਾਧ ਸੰਗਤ ਜੀ ਆਪਾਂ ਧਨ ਪਦਾਰਥਾਂ ਨੂੰ ਚੰਗੇ ਕਰਮਾਂ ਵਿੱਚ ਲਾਵਾਂਗੇ, ਸੇਵਾ ਕਰਾਂਗੇ। ਗੁਰੂ ਨਾਨਕ ਪਾਤਸ਼ਾਹ ਜੀ ਨੇ 20 ਰੁਪਏ ਦਾ ਲੰਗਰ ਲਾਇਆ ਸੀ, ਅੱਜ ਹੱਥ ਜੋੜ ਜੋੜ ਕੇ ਸਾਧ ਸੰਗਤ ਜੀ ਲੰਗਰ ਸੰਗਤਾਂ ਨੂੰ ਛਕਾਏ ਜਾਂਦੇ ਹਨ, ਪਰ ਉਹ ਮੁੱਕਿਆ ਨਹੀਂ। ਇਸ ਵਾਸਤੇ ਇਹ ਜਿਹੜਾ ਲੰਗਰ ਪਾਣੀ ਸਾਧ ਸੰਗਤ ਜੀ ਗੁਰੂ ਕੇ ਸਿੱਖਾਂ ਦੇ ਹਿੱਸੇ ਆਇਆ। ਵਿਦੇਸ਼ਾਂ ਵਿੱਚ ਚਲੇ ਜਾਈਏ, ਕਿਤੇ ਵਿਪਦਾ ਪੈ ਜਾਵੇ, ਉੱਥੇ ਵੀ ਸਾਧ ਸੰਗਤ ਜੀ ਗੁਰੂ ਕੇ ਸਿੱਖ ਹੀ, ਗੁਰੂ ਕਾ ਖਾਲਸਾ ਹੀ ਲੰਗਰ ਲਾਉਂਦਾ। ਪਰ ਲੰਗਰਾਂ ਦੀ ਪਰਖ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਕੀਤੀ ਸੀ। ਉਸ ਸਮੇਂ ਸਾਧ ਸੰਗਤ ਜੀ ਸਭ ਜਾ ਕੇ ਮਹਾਰਾਜ ਕੋਲ ਬੇਨਤੀ, ਮਹਾਰਾਜ ਸਾਡਾ ਲੰਗਰ ਵਧੀਆ ਚੱਲਦਾ ਸੀ, ਬਹੁਤ ਵਧੀਆ ਸੇਵਾ ਕਰਦੇ। ਅਨੰਦਪੁਰ ਸਾਹਿਬ ਦੇ ਵਿੱਚ ਇੱਕ ਲੰਗਰ ਭਾਈ ਨੰਦ ਲਾਲ ਸਾਹਿਬ ਜੀ ਦਾ ਵੀ ਚੱਲਦਾ ਸੀ, ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਹੱਥ ਵਿੱਚ ਚਿੱਪੀ ਫੜ ਕੇ, ਗਾਤੀ ਮਾਰ ਕੇ, ਸਾਧੂਆਂ ਵਾਲਾ ਲਿਬਾਸ ਧਾਰਨ ਕਰਕੇ ਤੜਕੇ ਅੰਮ੍ਰਿਤ ਵੇਲੇ ਹੀ ਸਾਧ ਸੰਗਤ ਜੀ ਲੰਗਰਾਂ ਦੀ ਪਰਖ ਕਰਨ ਵਾਸਤੇ ਚਲੇ ਗਏ। ਜਦੋਂ ਲੰਗਰ ਵਿੱਚ ਗਏ, ਕੋਈ ਕਹੇ ਵੀ ਲੰਗਰ ਤਾਂ ਤਿਆਰ ਹੈ ਪਰ ਮਹਾਰਾਜ ਨੂੰ ਭੋਗ ਨਹੀਂ ਲਾਇਆ, ਉਹ ਕਹਿੰਦੇ ਮੈਨੂੰ ਤਾਂ ਹੁਣੇ ਭੁੱਖ ਲੱਗੀ, ਮੈਨੂੰ ਹੁਣੇ ਦਿਓ। ਕਈ ਤਾਂ ਮੋਰੇ ਐ ਬੋਲਣ, ਤੂੰ ਗੁਰੂ ਮਹਾਰਾਜ ਨਾਲੋਂ ਵੱਡਾ ਹੋ ਗਿਆ ਤੇ ਹਲੇ ਭੋਗ ਨਹੀਂ ਲਵਾਇਆ, ਬਾਅਦ ਦੇਵਾਂਗੇ। ਕੋਈ ਕਹੇ ਵੀ ਲੰਗਰ ਤਿਆਰ ਹੈਗਾ ਪਰ ਹਲੇ ਸਮਾਂ ਲੱਗੂਗਾ, ਬੈਠਣਾ ਪਊ। ਮਹਾਰਾਜ ਕਹਿੰਦੇ ਜੋ ਹਾਜ਼ਰਾ ਉਹੀ ਦੇ ਦਿਓ। ਪਰ ਸਾਧ ਸੰਗਤ ਜੀ ਕੋਈ ਪਾਸ ਨਹੀਂ ਸੀ ਹੋਇਆ। ਜਦੋਂ ਭਾਈ ਨੰਦ ਲਾਲ ਜੀ ਦੇ ਲੰਗਰ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਗਏ, ਹੁਣ ਭਾਈ ਨੰਦ ਲਾਲ ਸਾਹਿਬ ਜੀ ਦੀ ਜਿਹੜੀ ਦ੍ਰਿਸ਼ਟੀ ਐਸੀ ਸੀ, ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਜਿੱਧਰ ਵੀ ਉਹਨਾਂ ਦੀ ਮਨ ਦੀ ਬਿਰਤੀ ਜਾਂਦੀ ਸੀ, ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਹੀ ਨਜ਼ਰ ਆਉਂਦਾ ਸੀ। ਉਹਨਾਂ ਨੇ ਪਾਤਸ਼ਾਹ ਜੀ ਨੂੰ ਕਿਹਾ, ਮਹਾਰਾਜ ਵੀ ਜੇ ਤੁਸੀਂ ਕਹਿੰਦੇ ਹੋ ਹਾਜ਼ਰ ਜੋ ਹੈ ਆਟਾ ਗੁੰਨਿਆ ਹੋਇਆ, ਦਾਲ ਬਣੀ ਹੋਈ ਹੈ, ਹਾਜ਼ਰ ਤਾਂ ਇਹ ਆ ਜੇ 10 ਮਿੰਟ ਦੇ ਦਿਓ ਤਾਂ ਮੈਂ ਪ੍ਰਸ਼ਾਦੇ ਲਾ ਕੇ ਦੇ ਦੂੰ। ਮਹਾਰਾਜ ਕਹਿੰਦੇ ਨਹੀਂ, ਜੋ ਹਾਜ਼ਰ ਉਹੀ ਦੇ ਦਿਓ। ਭਾਈ ਨੰਦ ਲਾਲ ਸਾਹਿਬ ਜੀ ਨੇ ਸਾਧ ਸੰਗਤ ਜੀ ਉਹ ਚਿੱਪੀ ਦੇ ਵਿੱਚ ਦਾਲ ਪਾ ਦਿੱਤੀ ਤੇ ਜਿਹੜਾ ਆਟਾ ਗੁੰਝਿਆ ਹੋਇਆ ਸੀ ਉਹੀ ਨਾਲ ਦਿੱਤਾ। ਦਿਨੇ ਸਾਧ ਸੰਗਤ ਜੀ ਜਦੋਂ ਮਹਾਰਾਜ ਦੇ ਦੀਵਾਨ ਸਜੇ, ਸਭ ਦੱਸ ਰਹੇ ਹਨ ਵੀ ਸਾਡਾ ਮਹਾਰਾਜ ਲੰਗਰ ਫਲਾਨੀ ਥਾਵੇਂ ਚੱਲਦਾ, ਸਾਡਾ ਫਲਾਨੀ ਥਾਵੇਂ ਵਧੀਆ ਚੱਲਦਾ। ਮਹਾਰਾਜ ਕਹਿੰਦੇ ਭਾਈ ਕੋਈ ਲੰਗਰ ਨਹੀਂ ਚੱਲਦਾ, ਲੰਗਰ ਇੱਕੋ ਹੀ ਚੱਲਦਾ ਭਾਈ ਨੰਦ ਲਾਲ ਜੀ ਦਾ। ਕਹਿੰਦੇ ਅਸੀਂ ਪਰਖ ਕਰਕੇ ਆਏ ਆ ਵੀ ਸਾਨੂੰ ਤਾਂ ਪ੍ਰਸ਼ਾਦਾ ਪਾਣੀ ਮਿਲਿਆ ਨਹੀਂ, ਭਾਈ ਨੰਦ ਲਾਲ ਨੇ ਜੋ ਹਾਜ਼ਰ ਸੀ ਉਹ ਦਿੱਤਾ। ਮਹਾਰਾਜ ਨੇ ਉਹ ਦਾਲ ਦਿਖਾਤੀ ਤੇ ਆਟਾ ਦਿਖਾਤਾ, ਕਹਿੰਦੇ ਆਹ ਦੇਖੋ ਤੁਸੀਂ ਦੱਸੋ ਕੁਛ ਦਿੱਤਾ, ਤੁਸੀਂ ਤਾਂ ਕਹੀ ਜਾਂਦੇ ਸੀ ਹਲੇ ਭੋਗ ਨਹੀਂ ਲੱਗਿਆ, ਤੂੰ ਮਹਾਰਾਜ ਨਾਲੋਂ ਵੱਡਾ। ਤੇ ਇਸ ਵਾਸਤੇ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸ੍ਰੀ ਗੁਰਪ੍ਰਤਾਪ ਗ੍ਰੰਥ ਦੇ ਅੰਦਰ ਲਿਖੇ ਹਨ। ਉਹਨਾਂ ਨੇ ਬਚਨ ਕਹੇ, ਸਮਾਂ ਚੁੱਕੇ ਤੇ ਜੋ ਨਰ ਆਵੈ, ਤਾਹੇ ਭੋਜਨ ਦੇ ਅਚਵਾਵੈ, ਤਿਸ ਪਰ ਖੁਸ਼ੀ ਹਮਾਰੀ ਹੋਵੇ। ਕਹਿੰਦੇ ਸਮਾਂ ਲੰਘੇ ਤੋਂ ਲੰਗਰ ਦਾ ਜੇ ਕੋਈ ਸਿੱਖ ਆਵੇ, ਪ੍ਰਸ਼ਾਦਾ ਪਾਣੀ ਵੀ ਵਰਤ ਗਿਆ ਹੋਵੇ ਨਾ ਹੋਵੇ, ਫੇਰ ਨਵੇਂ ਸਿਰਿਓਂ ਤਿਆਰ ਕਰਕੇ ਜਿਹੜਾ ਸਿੱਖ ਛਕਾਊਗਾ, ਮਹਾਰਾਜ ਕਹਿੰਦੇ ਭਾਈ ਸਾਡੀਆਂ ਐਸੇ ਗੁਰੂ ਕੇ ਸਿੱਖਾਂ ਉੱਪਰ ਮਹਾਨ ਖੁਸ਼ੀਆਂ ਹੋਣਗੀਆਂ। ਇਹ ਭਾਈ ਆਪਾਂ ਆਪ ਦੇ ਸਵਾਰਥਾਂ ਵਾਸਤੇ ਜਾਂ ਆਪਦੀ ਮਾਣ ਵਡਿਆਈ ਵਾਸਤੇ ਲੰਗਰ ਨਹੀਂ ਲਾਉਂਦੇ ਗੁਰੂ ਕੇ ਸਿੱਖ, ਇਹ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਲੰਗਰ ਲਾ ਰਹੇ ਹਾਂ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਜਿੰਨੇ ਵੀ ਸੇਵਾਦਾਰ ਲੰਗਰ ਵਿੱਚ ਸੇਵਾ ਕਰ ਰਹੇ ਨੇ ਜਾਂ ਪ੍ਰਬੰਧੀ ਸੇਵਾ ਕਰ ਰਹੇ, ਜੋ ਵੀ ਸੇਵਾ ਕਰਦੇ ਨੇ, ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਰੇ ਸੇਵਕਾਂ ਦੀ ਸੇਵਾ ਥਾਏ ਪਾਉਣ, ਸਭਨਾਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ, ਸਾਰਿਆਂ ਨੂੰ ਸੇਵਾ ਕਰਨ ਦੀ ਦਾਤ ਬਖਸ਼ਣ, ਆਪਣੇ ਚਰਨਾਂ ਨਾਲ ਜੋੜੀ ਰੱਖਣ। ਇਹ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀਆਂ ਹਨ। ਇਸ ਵਾਸਤੇ ਕਿਹਾ ਭਲੋ ਭਲੋ ਰੇ ਕੀਰਤਨੀਆਂ, ਉਹ ਚੰਗੇ ਕੀਰਤਨੀਏ ਹਨ। ਛੋੜ ਮਾਇਆ ਕੇ ਧੰਦ ਸੁਭਾਉ ਕਿਹਾ ਤੇ ਜੇ ਸਾਧ ਸੰਗਤ ਜੀ ਮਾਇਆ ਵਿੱਚ ਹੀ ਵਿਰਸੀ, ਫੇਰ ਭਲੋ ਭਲੋ ਨਹੀਂ ਕਿਹਾ। ਇਸ ਵਾਸਤੇ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਰੇ ਗੁਰਸਿੱਖਾਂ ਨੂੰ ਕੀਰਤਨ ਦੀ ਦਾਤ ਬਖਸ਼ਿਸ਼ ਕਰਨ ਔਰ ਐਸੀ ਬਿਰਤੀ ਬਣਾਉਣ ਵੀ ਮਾਇਆ ਦੇ ਜਿਹੜੇ ਧੰਦੇ ਕੋ ਛੁੱਟ ਜਾਣ,
ਉਸ ਵਾਹਿਗੁਰੂ ਦੀ ਕੀਰਤਨ ਮਹਿਮਾ ਹੋਵੇ, ਜਿਹਦੇ ਵਿੱਚ ਸਾਧ ਸੰਗਤ ਜੀ ਫਿਰ ਕੋਈ ਘਾਟਾ ਨਹੀਂ ਹੁੰਦਾ। ਜਿਹੜਾ ਬੱਚਾ ਮਾਂ ਦੇ ਕੋਲ ਘੜੀ ਘੜੀ ਮੰਗੀ ਚਲੇ, ਮਾਤਾ ਦੁੱਧ ਦੇ ਦੇ, ਮਾਤਾ ਪ੍ਰਸ਼ਾਦਾ ਦੇ ਦੇ, ਮਾਤਾ ਕੁਛ ਹੋਰ ਖਾਣ ਨੂੰ ਜੀ ਕਰਦਾ, ਉਹਨੂੰ ਤਾਂ ਸਾਧ ਸੰਗਤ ਜੀ ਮਾਂ ਕਦੇ ਨਾ ਕਦੇ ਕਹਿ ਦਿੰਦੀ ਆ ਵੀ ਤੇਰੇ ਹਲਕੇ ਫੁੱਟਿਆ ਪਿਆ, ਜਦੋਂ ਦੇਖਦਾ ਉਦੋਂ ਹੀ ਭੁੱਖਾ ਉਦੋਂ ਹੀ ਭੁੱਖਾ। ਪਰ ਜਿਹੜਾ ਬੱਚਾ ਸਾਧ ਸੰਗਤ ਜੀ ਰੋਵੇ ਹੀ ਨਾ, ਕੋਈ ਮੰਗੇ ਹੀ ਨਾ, ਮਾਂ ਸੋਚਦੀ ਵੀ ਇਹ ਮੰਗਦਾ ਹੀ ਨਹੀਂ ਕੁਛ, ਰੋਂਦਾ ਹੀ ਨਹੀਂ, ਵੀ ਮੈਨੂੰ ਹਰਕਤਾਂ ਤੋਂ ਪਤਾ ਹੀ ਨਹੀਂ ਲੱਗਦਾ ਕਿਤੇ ਭੁੱਖਾ ਹੀ ਨਾ ਹੋਵੇ। ਉਹਨੂੰ ਰੱਜੇ ਰੱਜੇ ਵੀ ਮਾਂ ਹੋਰ ਵੱਧ ਖਵਾ ਖਵਾ ਕੇ ਸਾਧ ਸੰਗਤ ਜੀ ਬਿਮਾਰ ਕਰਨ ਤੱਕ ਪਹੁੰਚਾ ਦਿੰਦੀ। ਇਸ ਵਾਸਤੇ ਜੇ ਆਪਾਂ ਨਾ ਮੰਗਾਂਗੇ ਤੇ ਪਰਮੇਸ਼ਰ ਵਾਹਿਗੁਰੂ ਵੀ ਐਸਾ ਹੀ ਹੈ, ਉਹਨੇ ਕਹਿਣਾ ਵੀ ਇਹ ਤਾਂ ਮੰਗਦਾ ਹੀ ਕੱਖ ਨਹੀਂ, ਤੇ ਹੋ ਸਕਦਾ ਇਹਨੂੰ ਆਹ ਚੀਜ਼ ਦੀ ਲੋੜ ਹੋਵੇ, ਮਹਾਰਾਜ ਨੇ ਸਮਾਂ ਬੱਤੇ ਹੀ ਦੇਣਾ। ਇਸ ਵਾਸਤੇ ਸਾਧ ਸੰਗਤ ਜੀ ਐਸੇ ਪਰਮੇਸ਼ਰ ਵਾਹਿਗੁਰੂ ਦੇ ਦਰ ਤੇ ਆ ਕੇ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ, ਜੇ ਸਾਧ ਸੰਗਤ ਜੀ ਸਾਡੇ ਮਨਾਂ ਵਿੱਚ ਲੋਭ ਰਿਹਾ, ਫਿਰ ਸਾਧ ਸੰਗਤ ਜੀ ਕੋਈ ਫਾਇਦਾ ਨਹੀਂ ਹੈ। ਇਸ ਵਾਸਤੇ ਮਹਾਰਾਜ ਨੇ ਬਾਣੀ 'ਚ ਕਿਹਾ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਜੀ, ਇਹ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਇਹ ਤ੍ਰਿਸ਼ਨਾ ਸਾਧ ਸੰਗਤ ਜੀ ਬਿਰਲੇ ਬਿਰਲੇ ਦੀ ਬੁਝਦੀ। ਪਰ ਕਹਿੰਦੇ ਕਈ ਵਾਰ ਇਹੋ ਜਿਹੇ ਹੁੰਦੇ, ਉਹ ਕਹਿਣਗੇ ਹਮ ਤੋਂ ਸੰਤੋਖੀ ਹੈ, ਕੁਝ ਨਹੀਂ ਚਾਹੀਦਾ, ਸੰਤੋਖੀ ਆ। ਪਰ ਸੰਤੋਖੀ ਸਾਧ ਸੰਗਤ ਜੀ ਉਹ ਹੁੰਦਾ ਜਿਹਦੇ ਅੰਦਰ ਵੀ ਸੰਤੋਖ ਹੋਵੇ, ਅੰਦਰੋਂ ਪਦਾਰਥਾਂ ਦੀ ਲਾਲਸਾ ਹੋਵੇ, ਤੇ ਉੱਤੋਂ ਉੱਤੋਂ ਸੰਤੋਖੀ ਕਹਿਣਾ, ਸੰਤੋਖੀ ਨਹੀਂ ਹੈ। ਜਿਹੜਾ ਕੁਝ ਮਿਲਿਆ ਉਹਨੂੰ ਵਰਤ ਵਰਤਾ ਕੇ ਵੰਡ ਕੇ ਛਕ ਲੈਣਾ, ਉਹ ਸਾਧ ਸੰਗਤ ਜੀ ਸੰਤੋਖ ਹੁੰਦਾ। ਗੁਰਬਾਣੀ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸੰਤੋਖ ਦੀ ਬਾਤ ਕੀਤੀ, ਪੌੜੀ ਉਚਾਰਨ ਕੀਤੀ ਹੈ ਜਪਜੀ ਸਾਹਿਬ ਦੇ ਅੰਦਰ, ਸੁਣਿਆ ਸਤ ਸੰਤੋਖ ਗਿਆਨ। ਦੁਨੀਆ ਦੇ ਵਿੱਚ ਸਭ ਤੋਂ ਵੱਡਾ ਚੁਣਕ ਰਿਖੀ ਸੰਤੋਖੀ ਹੋਇਆ। ਸਮਾਂ ਨਹੀਂ ਜਿਸ ਕਰਕੇ ਉਹਨਾਂ ਦੀ ਸਾਖੀ ਸੁਣਾਈ ਜਾਵੇ, ਜਦੋਂ ਫੇਰ ਸਮਾਂ ਮਿਲਿਆ ਉਹਦੇ ਸਾਧ ਸੰਗਤ ਜੀ ਸਾਂਝੀ ਕਰਾਂਗੇ। ਪਰ ਸੰਤੋਖ ਰਿਖੀ ਵਰਗਾ ਕੋਈ, ਚੁਣਕ ਰਿਖੀ ਵਰਗਾ ਕੋਈ ਸੰਤੋਖੀ ਨਹੀਂ ਹੋਇਆ। ਮਹਾਰਾਜ ਨੇ ਬਚਨ ਕਹੇ, ਜਦੋਂ ਸੰਤੋਖ ਦੀ ਬਾਤ ਹੋਵੇਗੀ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਚੁਣਕ ਰਿਖੀ ਦਾ ਨਾਮ ਆਵੇਗਾ। ਇਸ ਵਾਸਤੇ ਜੇ ਸੰਤੋਖ ਮਨ ਵਿੱਚ ਆ ਗਿਆ, ਫਿਰ ਸਾਧ ਸੰਗਤ ਜੀ ਸਾਰੇ ਪਦਾਰਥ ਆ ਜਾਂਦੇ ਹਨ। ਰਹੋ ਵਿਚਾਰ ਜੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਵਨ ਉਪਦੇਸ਼ ਹੁਕਮਨਾਮੇ ਸਾਹਿਬ ਸਾਨੂੰ ਬਖਸ਼ਿਸ਼ ਕੀਤੇ ਹਨ। ਆਓ ਕੁਝ ਸਮੇਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਜੋ ਅਰਥ ਹਨ ਉਹਨਾਂ ਨੂੰ ਪੜ੍ਹਨ ਸੁਣਨ ਵਿਚਾਰਨ ਦੀ ਕੋਸ਼ਿਸ਼ ਕਰੀਏ ਜੀ। ਵਾਹਿਗੁਰੂ ਸਾਹਿਬ ਜੀ, ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਭਗਤ ਭੀਖਨ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਉਪਦੇਸ਼ ਹੈ। ਸੋਰਠ ਰਾਗ ਦੇ ਅੰਦਰ ਹੈ, ਭਗਤ ਭੀਖਨ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਉਪਦੇਸ਼ ਹੈ। ਅੱਜ ਸਾਨੂੰ ਸਾਰਿਆਂ ਨੂੰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸ਼ੁਭ ਸਿੱਖਿਆ, ਸ਼ੁਭ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੋ ਬਚਨ ਹਨ, ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ। ਕਹਿੰਦੇ ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹ ਰਤਨ ਦੇ ਸਦਰਸ ਹੈ, ਅਮੋਲਕ ਹੈ, ਜਿਹਦਾ ਕੋਈ ਮੁੱਲ ਨਹੀਂ ਹੈ। ਦੁਨੀਆ ਦੇ ਵਿੱਚ ਰਤਨ ਬਹੁਤ ਹਨ, ਉਹਨਾਂ ਦੇ ਸਾਧ ਸੰਗਤ ਜੀ ਕੋਈ ਨਾ ਕੋਈ ਮੁੱਲ ਵੀ ਨਿਯਤ ਕੀਤੇ ਹਨ, ਉਹਨਾਂ ਦਾ ਮੁੱਲ ਦੇ ਕੇ ਉਹਨਾਂ ਨੂੰ ਖਰੀਦ ਸਕਦੇ ਹਾਂ। ਪਰ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਰਤਨ ਹੈ ਉਹ ਐਸਾ ਹੈ, ਕਹਿੰਦੇ ਨਿਰਮੋਲਕ ਹੈ, ਉਹਦਾ ਮੁੱਲ ਕੋਈ ਨਹੀਂ ਹੈ। ਪੁੰਨ ਪਦਾਰਥ ਪਾਇਆ, ਉਹ ਪੁੰਨਾ ਕਰਕੇ ਸਾਧ ਸੰਗਤ ਜੀ ਐਸਾ ਪਦਾਰਥ ਜਿਹੜਾ ਰਤਨ ਹੈ ਨਾਮ ਵਾਹਿਗੁਰੂ ਦਾ, ਉਹ ਸਾਧ ਸੰਗਤ ਜੀ ਭਗਤ ਪਿਆਰੇ ਜੀ ਕਹਿ ਰਹੇ ਅਸੀਂ ਪਾਇਆ, ਪ੍ਰਾਪਤ ਕੀਤਾ ਵਾਹਿਗੁਰੂ ਦੇ ਪਾਸੋਂ। ਪਰ ਜਿੱਥੇ ਸਾਧ ਸੰਗਤ ਜੀ ਵਾਹਿਗੁਰੂ ਦਾ ਨਾਮ ਰੂਪੀ ਰਤਨ ਆ ਵਸਿਆ, ਉੱਥੇ ਹੋਰ ਕੋਈ ਦੁਨੀਆ ਦੇ ਪਦਾਰਥਾਂ ਦੀ ਭੁੱਖ ਨਹੀਂ ਰਹਿੰਦੀ, ਕੋਈ ਲਾਲਸਾ ਨਹੀਂ ਰਹਿੰਦੀ। ਜਿਨ੍ਹਾਂ ਨੇ ਸਾਧ ਸੰਗਤ ਜੀ ਨਾਮ ਹਿਰਦੇ ਵਿੱਚ ਵਸ ਗਿਆ, ਉਹਨਾਂ ਨੂੰ ਹੋਰ ਦੁਨੀਆ ਦੇ ਪਦਾਰਥਾਂ ਦੀ ਕੋਈ ਲੋੜ ਨਹੀਂ ਹੈ। ਵਾਹਿਗੁਰੂ ਦਾ ਜਿਹੜਾ ਨਾਮ ਰੂਪੀ ਰਤਨ ਨਿਰਮੋਲਕ ਹੈ, ਇਹ ਪ੍ਰਾਪਤ ਕਿਵੇਂ ਹੁੰਦਾ? ਗੁਰੂ ਕੀ ਸਾਧ ਸੰਗਤ ਵਿੱਚੋਂ। ਜਿਵੇਂ ਆਪਾਂ ਵੀ ਸਾਰੇ ਸਾਧ ਸੰਗਤ ਕਰਨ ਵਾਸਤੇ ਇਕੱਤਰਤ ਹੋਏ ਹਾਂ, ਪਰ ਕਿਸੇ ਕੋਲੇ ਸਮਾਂ ਨਹੀਂ ਹੈ, ਸੰਗਤ ਵਿੱਚ ਜਾਣ ਵਾਸਤੇ ਸਮਾਂ ਨਹੀਂ। ਇਸੇ ਵਾਸਤੇ ਭਗਤ ਕਬੀਰ ਸਾਹਿਬ ਜੀ ਨੇ ਵੀ ਵਚਨ ਕਹਿ ਦਿੱਤੇ, ਕਬੀਰ ਏਕ ਕਰੀ ਆਧੀ ਕਰੀ ਆਧੀ ਹੂੰ ਤੇ ਆਪ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੁਣਦਾ।
ਜਿਵੇਂ ਕਿਸੇ ਵਿਦਵਾਨ ਨੇ ਬਚਨ ਕਹੇ 64 ਫੁੱਟ ਜਹਾਜ਼ ਹੈ 60 ਫੁੱਟ ਪਾਣੀ ਮਾਹੇ 4 ਫੁੱਟ ਬਾਹਰ ਰਹੇ ਕਬਹੂ ਡੂਬਤ ਨਾਹੇ। ਕਹਿੰਦੇ ਜਿਵੇਂ ਸਮੁੰਦਰ ਦੇ ਵਿੱਚ ਜਹਾਜ਼ ਵੱਡਾ ਸ਼ਿਪ ਹੁੰਦਾ, ਕਹਿੰਦੇ ਅਨੁਮਾਨ ਲਾ ਦੇ ਵੀ 64 ਫੁੱਟ ਜਿਵੇਂ ਜਹਾਜ਼ ਹੋਵੇ ਉਹ 60 ਫੁੱਟ ਤਾਂ ਪਾਣੀ ਦੇ ਵਿੱਚ ਹੇਠਾਂ ਹੀ ਹੁੰਦਾ। 4 ਫੁੱਟ ਬਾਹਰ ਰਹੇ ਕਬਹੂ ਡੂਬਤ ਨਾਹੇ, ਉਹ 4 ਫੁੱਟ ਬਾਹਰ ਹੁੰਦਾ ਪ੍ਰਮਾਣ ਹੈ, ਪਰ ਕਹਿੰਦੇ ਉਹ ਡੁੱਬਦਾ ਨਹੀਂ, ਪੂਰਾ ਦੇ ਪੂਰ ਸਾਧ ਸੰਗਤ ਜੀ ਉਹ ਪਾਰ ਲਗਾ ਦਿੰਦਾ। ਹੋਰ ਦੂਜੇ ਦੇਸ਼ਾਂ ਦੇ ਵਿੱਚੋਂ ਵਿਦੇਸ਼ਾਂ ਦੇ ਵਿੱਚੋਂ ਸਮੁੰਦਰੀ ਜਹਾਜ਼ਾਂ ਰਾਹੀਂ ਸਾਧ ਸੰਗਤ ਜੀ ਵੱਡੇ ਵੱਡੇ ਵਪਾਰ ਕੀਤੇ ਜਾਂਦੇ ਹਨ। ਜਿਹੜੀ ਵਸਤੂ ਇੱਕ ਦੇਸ਼ ਵਿੱਚ ਵਾਧੂ ਹੈ ਉਹ ਦੂਸਰੇ ਦੇਸ਼ ਵਿੱਚ ਭੇਜੀ ਜਾਂਦੀ ਹੈ। ਉਹਦੇ ਵਾਸਤੇ ਜੇ ਜ਼ਿਆਦਾ ਪਤਾ ਕਰਨਾ ਹੋਵੇ ਤੇ ਬਾਪੂ ਗੁਰਦੇਵ ਸਿੰਘ ਜੀ ਬੈਠੇ ਹਨ, ਜਿਨ੍ਹਾਂ ਨੇ ਮੇਰਾ ਖਿਆਲ 4 ਸ਼ਿਪਾਂ 'ਚ ਕੰਮ ਕੀਤਾ ਹੋਊ। ਪਤਾ ਨਹੀਂ ਕਿਹੜਾ ਕਿਹੜਾ ਕੋਨਾ ਜਿਹੜਾ ਇਹਨਾਂ ਨੇ ਨਹੀਂ ਦੇਖਿਆ ਹੋਣਾ ਦੁਨੀਆ ਦਾ। ਜੇ ਕੋਈ ਦੇਸ਼ ਪੁੱਛੀਏ, ਮੈਂ ਕਹਿੰਦਾ 65 ਦੇਸ਼ਾਂ ਦੇ ਵੀਜ਼ੇ ਇਹਨਾਂ ਦੇ ਕੋਲੇ ਹੋਣੇ। ਇਹਨਾਂ ਨੂੰ ਜ਼ਿਆਦਾ ਗਿਆਨ ਆ ਸ਼ਿਪ ਬਾਰੇ, ਇਹ ਦੱਸ ਸਕਦੇ ਹਨ। ਪਰ ਸਾਧ ਸੰਗਤ ਜੀ ਜਿਵੇਂ ਸਮੁੰਦਰੀ ਜਹਾਜ਼ ਪੂਰਾ ਦੇ ਪੂਰ ਪਾਰ ਲਗਾ ਦਿੰਦਾ, ਕਦੇ ਡੁੱਬਦਾ ਨਹੀਂ ਹੈ, ਇਵੇਂ ਹੀ ਸਾਧ ਸੰਗਤ ਜੀ ਕਹਿੰਦੇ 64 ਘੜੀ ਦਿਨ ਰਾਤ ਕੀ, 64 ਘੜੀਆਂ ਦਿਨ ਅਤੇ ਰਾਤ ਦੀਆਂ ਰਲਾ ਕੇ ਬਣਦੀਆਂ ਹਨ। ਤੇ ਨਾਲ ਬਚਨ ਕਹੇ 64 ਘੜੀ ਦਿਨ ਰਾਤ ਕੀ 60 ਘੜੀ ਕਰੋ ਕਾਰ, 4 ਘੜੀ ਸਤ ਸੰਗ ਕਰੋ ਭਵ ਜਲ ਉਤਰੋ ਪਾਰ। ਕਹਿੰਦੇ ਜਿਵੇਂ 64 ਘੜੀਆਂ ਦਿਨ ਅਤੇ ਰਾਤ ਦੀਆਂ ਮਿਲਾ ਕੇ ਬਣਦੀਆਂ ਹਨ, ਆਪਣੇ ਕੰਮ ਧੰਦੇ ਕਰੀ ਚਲੀਏ, ਜੇ 4 ਘੜੀਆਂ ਹੀ ਸਤ ਸੰਗਤ ਕਰ ਲਈਏ, ਇਹ ਸੰਸਾਰ ਰੂਪੀ ਸਮੁੰਦਰ ਤੋਂ ਸਾਧ ਸੰਗਤ ਦੀ ਤਰਨਾ ਹੋ ਜਾਂਦਾ ਹੈ। ਇਸ ਵਾਸਤੇ ਸਾਧ ਸੰਗਤ ਵਿੱਚ ਆਉਂਦੇ ਹਾਂ। ਵੱਡੇ ਭਾਗ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ ਹੈ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ। ਇਹ ਗੁਰੂ ਕੀ ਸੰਗਤ ਵਿੱਚ ਮਹਾਨ ਕਰਾਮਾਤ ਹੈ। ਗੁਰੂ ਕੀ ਸੰਗਤ ਵਿੱਚ ਸਾਧ ਸੰਗਤ ਜੀ ਆ ਕੇ ਐਸਾ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਰਤਨ ਹੈ, ਨਿਰਮੋਲਕ ਹੈ, ਜਿਹਦਾ ਮੁੱਲ ਕੋਈ ਨਹੀਂ ਹੈ, ਅਤੇ ਕੀਤੇ ਹੋਏ ਪੁੰਨ ਕਰਮਾਂ ਕਰਕੇ ਸਾਧ ਸੰਗਤ ਜੀ ਐਸੇ ਨਾਮ ਰੂਪੀ ਰਤਨ ਦੀ ਪ੍ਰਾਪਤੀ ਹੁੰਦੀ ਹੈ। ਅਨਕ ਜਤਨ ਕਰ ਹਿਰਦੈ ਰਾਖਿਆ, ਰਤਨ ਨ ਛਪੈ ਛਪਾਇਆ। ਫਿਰ ਸਾਧ ਸੰਗਤ ਜੀ ਐਸਾ ਵਾਹਿਗੁਰੂ ਦਾ ਨਾਮ ਰੂਪੀ ਜੋ ਰਤਨ ਹੈ, ਅਨੇਕਾਂ ਯਤਨ ਕਰਕੇ ਹਿਰਦੇ ਵਿੱਚ ਲੁਕੋ ਕੇ ਵੀ ਰੱਖੀਏ, ਕਹਿੰਦੇ ਰੱਖਿਆ ਰਹਿੰਦਾ ਨਹੀਂ। ਅਨਕ ਜਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛਪਾਇਆ। ਵਾਹਿਗੁਰੂ ਦਾ ਨਾਮ ਰੂਪੀ ਰਤਨ ਜਿਹੜਾ ਹੈ ਸਾਧ ਸੰਗਤ ਜੀ, ਉਹ ਛਪਾਇਆ ਹੋਇਆ ਲੁਕਦਾ ਨਹੀਂ, ਕਿਉਂਕਿ ਗੁਰਬਾਣੀ ਵਿੱਚ ਪਾਤਸ਼ਾਹ ਜੀ ਨੇ ਬਚਨ ਕਹੇ ਹਨ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਜਿਹੜਾ ਵਾਹਿਗੁਰੂ ਦੀ ਭਗਤੀ ਕਰਨ ਵਾਲਾ ਵਾਹਿਗੁਰੂ ਦਾ ਪਿਆਰਾ ਭਗਤ ਹੈ, ਉਹ ਸਾਧ ਸੰਗਤ ਜੀ ਕਦੇ ਛੁਪਦਾ ਨਹੀਂ, ਪ੍ਰਗਟ ਹੁੰਦਾ ਹੈ। ਜਿਵੇਂ ਬਾਬਾ ਨੌਰ ਸਿੰਘ ਜੀ ਨੇ ਬੰਦਗੀ ਕਮਾਈ ਕੀਤੀ, ਅੱਜ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਉਹਨਾਂ ਦੀ ਬੰਦਗੀ ਕਮਾਈ ਕਰਕੇ ਆਪਾਂ ਸਾਰੇ ਇਸ ਸਥਾਨ ਤੇ ਆ ਕੇ ਸਾਧ ਸੰਗਤ ਜੀ ਅਖੰਡ ਪਾਠ ਸਾਹਿਬ ਕਰਵਾਉਣੇ, ਨਮਸਕਾਰਾਂ ਕਰਦੇ ਹਾਂ। ਹਰ ਗੁਣ ਕਹਿਤੇ ਕਹਿਨ ਨ ਜਾਈ, ਜੈਸੇ ਕੂੰਗੇ ਕੀ ਮਠਿਆਈ। ਪਰ ਸਾਧ ਸੰਗਤ ਜੀ ਗੁਰਮੁਖਾਂ ਨੇ ਬੇਨਤੀ ਕੀਤੀ ਭਗਤ ਪਿਆਰਿਆਂ ਨੂੰ ਕਿ ਵਾਹਿਗੁਰੂ ਦੇ ਜਿਹੜੇ ਗੁਣ ਹਨ ਉਹ ਕੈਸੇ ਹਨ। ਜਿਸ ਵਾਹਿਗੁਰੂ ਦਾ ਨਾਮ ਰਤਨ ਹਿਰਦੇ ਵਿੱਚ ਵਸ ਜਾਵੇ ਤੇ ਐਸੇ ਪੁੰਨ ਪਦਾਰਥਾਂ ਕਰਕੇ ਉਹਦੀ ਪ੍ਰਾਪਤੀ ਹੁੰਦੀ ਹੈ, ਪਰ ਉਸ ਵਾਹਿਗੁਰੂ ਦੇ ਗੁਣ ਕੈਸੇ ਹਨ ਉਹਨਾਂ ਨੂੰ ਕਹਿ ਕੇ ਦੱਸੋ। ਤਾਂ ਭਗਤ ਭੀਖਨ ਸਾਹਿਬ ਜੀ ਕਹਿ ਰਹੇ, ਹਰ ਗੁਣ ਕਹਿਤੇ ਕਹਿਨ ਨਾ ਜਾਈ। ਕਹਿੰਦੇ ਜੇ ਭਾਈ ਹਰੇ ਭਰੇ ਕਰਨ ਵਾਲੇ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਕਹਿਣ ਲੱਗੀਏ, ਉਚਾਰਨ ਕਰੀਏ, ਪਰ ਕਹਿਨ ਨਾ ਜਾਈ, ਉਹ ਕਹੇ ਨਹੀਂ ਜਾਂਦੇ ਹਨ। ਇਸੇ ਵਾਸਤੇ ਕਹਿ ਦਿੱਤਾ, ਜਿਹਬਾ ਏਕ ਕਵਨ ਗੁਣ ਕਹੀਏ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਰਹੀਏ। ਨਾਲ ਬਚਨ ਕਹੇ, ਅੰਤ ਨਾ ਪਾਵਕ ਦੇਵ ਸਭੈ ਮੁਨ, ਇੰਦਰ ਮਹਾ ਸ਼ਿਵ ਜੋਗ ਕਰੀ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕਹੇ, ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ, ਨੇਤ ਨੇਤ ਮੁਖ ਚਾਰ ਬਤਾਏ। ਉਸ ਵਾਹਿਗੁਰੂ ਦੇ ਗੁਣ ਅਨੇਕਾਂ ਹੀ ਹਨ। ਸੇਸ ਨਾਗ ਸਿਰ ਸਹਿਸ ਬਨਾਈ, ਦਵੈ ਸਹਸ ਰਸਨਾ ਸੁਹਾਈ, ਰਕਤ ਅਬ ਲਗੇ ਨਾਮ ਉਪਾਰਾ, ਤੁਮਰੋ ਤਉ ਨਾ ਪਾਵਤ। ਸ਼ੇਸ਼ਨਾਗ ਵਰਗੇ ਹਜ਼ਾਰਾਂ ਰਸਨਾ ਦੇ ਨਾਲ ਵਾਹਿਗੁਰੂ ਦੇ ਨਿਤ ਨਵੇਂ ਨਾਮ ਉਚਾਰ ਰਹੇ ਹਨ। ਉਹਨਾਂ ਨੇ ਵੀ ਸਾਧ ਸੰਗਤ ਜੀ ਵਾਹਿਗੁਰੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ। ਇਸ ਵਾਸਤੇ ਭਗਤ ਭੀਖਨ ਸਾਹਿਬ ਜੀ ਕਹਿੰਦੇ, ਹਰ ਗੁਣ ਕਹਿਤੇ। ਜੇ ਭਾਈ ਹਰੇ ਭਰੇ ਕਰਨ ਵਾਲੇ ਪਰਮਾਤਮਾ ਦੇ ਗੁਣਾਂ ਨੂੰ ਕਹਿਣ ਲੱਗੀਏ, ਉਚਾਰਨ ਕਰੀਏ ਰਸਨਾ ਤੋਂ, ਕਹਿਣ ਨਾ ਜਾਈ, ਉਹ ਕਹੇ ਨਹੀਂ ਜਾ ਸਕਦੇ ਹਨ। ਰਹਾਉ
ਰਸਨਾ ਰਮਤ ਸੁਨਤ ਸੁਖ ਸਰਵਨਾ जैसे- ਜਿਤ ਚੇਤੇ ਸੁਖ ਹੋਈ। जैसे गूंगे की मठियाई, हर गुण कहते कहन ना जाई। उस वाहिगुरु दे गुणां नूं जे कहण लगीए, ਉਹ ਸਾਧ ਸੰਗਤ ਜੀ ਇਹਨਾਂ ਲਕਸ਼ਣਾ ਵਿਅਕਤੀ ਜਾਂ ਕਿਸੇ ਵੀ ਰਸਨਾ ਦੇ ਨਾਲ ਉਚਾਰ ਨਹੀਂ ਕੀਤੇ ਜਾ ਸਕਦੇ ਹਨ। ਪਰ ਕਹਿੰਦੇ ਅੱਗੇ ਪ੍ਰਮਾਣ ਦਿੱਤੇ ਕਿਵੇਂ, ਜੈਸੇ ਗੂੰਗੇ ਕੀ ਮਠਿਆਈ। ਕਹਿੰਦੇ ਜਿਵੇਂ ਕਿਸੇ ਗੂੰਗੇ ਇਨਸਾਨ ਨੂੰ ਮਠਿਆਈ ਖਵਾ ਦਈਏ, ਫਿਰ ਉਹਨੂੰ ਪੁੱਛੀਏ ਵੀ ਇਹਦਾ ਸਵਾਦ ਕਿਹੋ ਜਿਹਾ, ਪਰ ਉਹ ਦੱਸ ਨਹੀਂ ਸਕਦਾ। ਉਹ ਤਾਂ ਸਿਰ ਹਿਲਾ ਕੇ ਜਾਂ ਊਂ ਕਰਕੇ ਵੀ ਐ ਉਹਦੇ ਚਿਹਰੇ ਤੋਂ, ਉਹਦੇ ਨੇਤਰਾਂ ਤੋਂ, ਉਹਦੇ ਹਾਵ ਭਾਵ ਤੋਂ ਆਪਾਂ ਅਨੁਮਾਨ ਲਾ ਸਕਦੇ ਹਾਂ ਵੀ ਇਹਨੂੰ ਕਿੰਨਾ ਕੁ ਆਨੰਦ ਆਇਆ, ਪਰ ਉਹ ਆਪਣੀ ਰਸਨਾ ਤੋਂ ਬੋਲ ਕੇ ਦੱਸ ਨਹੀਂ ਸਕਦਾ। ਜਿਵੇਂ ਮਠਿਆਈ ਵੀ ਹੈ ਕਿਹੋ ਜਿਹੀ, ਦਾ ਸਵਾਦ ਕਿਹੋ ਜਿਹਾ, ਇਵੇਂ ਸਾਧ ਸੰਗਤ ਜੀ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ, ਉਹਦੇ ਵਿੱਚ ਇਕਮਿਕ ਹੋ ਗਏ। ਉਹ ਵਾਹਿਗੁਰੂ ਦੇ ਗੁਣਾਂ ਨੂੰ ਕਹਿ ਕੇ ਤਾਂ ਨਹੀਂ ਦੱਸ ਸਕਦੇ। ਉਹਨਾਂ ਦੇ ਚਿਹਰੇ ਤੋਂ, ਉਹਨਾਂ ਦੇ ਨੇਤਰਾਂ ਤੋਂ, ਉਹਨਾਂ ਦੇ ਹਾਵ ਭਾਵ ਤੋਂ ਪਤਾ ਲੱਗ ਸਕਦਾ। ਇਸ ਵਾਸਤੇ ਜਿਵੇਂ ਗੁੰਗਾ ਸਾਧ ਸੰਗਤ ਜੀ ਮਠਿਆਈ ਖਾ ਕੇ ਕੁਛ ਦੱਸ ਨਹੀਂ ਸਕਦਾ, ਇਵੇਂ ਸਾਧ ਸੰਗਤ ਜੀ ਵਾਹਿਗੁਰੂ ਦੇ ਜਿਹੜੇ ਪਿਆਰੇ ਭਗਤ ਹਨ, ਉਹ ਵੀ ਸਾਧ ਸੰਗਤ ਜੀ ਵਾਹਿਗੁਰੂ ਦੇ ਗੁਣਾਂ ਨੂੰ ਕਥਨ ਕਰਕੇ ਨਹੀਂ ਦੱਸ ਸਕਦੇ ਹਨ। ਰਹਾਉ ਵਿਸਰਾਮ ਦੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਸੁਖ ਸਿੱਖਿਆ ਦੇ ਰਹੇ ਹਨ ਜੀ। ਰਸਨਾ ਰਮਤ ਸੁਨਤ ਸੁਖ ਸਰਵਨਾ ਚਿਤ ਚੇਤੇ ਸੁਖ ਹੋਈ। ਭਗਤ ਪਿਆਰੇ ਜੀ ਬਚਨ ਕਹਿ ਰਹੇ, ਰਸਨਾ ਰਮਤ, ਰਸਨਾ ਦੇ ਨਾਲ, ਜੀਭ ਦੇ ਨਾਲ ਰਮਤ ਕੀ ਉਚਾਰਨ ਕਰਕੇ। ਸੁਨਤ ਜਿਹੜਾ ਸੁਣਨ ਦਾ ਵਿਸ਼ਾ ਉਹ ਕੰਨਾਂ ਦਾ ਹੈ। ਕੰਨ ਸਾਧ ਸੰਗਤ ਜੀ ਬੋਲ ਨਹੀਂ ਸਕਦੇ, ਸੁਣ ਸਕਦੇ ਹਨ। ਰਸਨਾ ਬੋਲ ਸਕਦੀ ਪਰ ਸੁਣ ਨਹੀਂ ਸਕਦੀ। ਰਸਨਾ ਰਮਤ, ਰਸਨਾ ਦੇ ਨਾਲ ਉਚਾਰਨ ਕਰਕੇ, ਸੁਨਤ ਕੰਨਾਂ ਦੁਆਰਾ ਸੁਣਨ ਕਰਕੇ, ਸੁਖ ਸਰਵਨਾ, ਸਰਵਣ ਨਾਮ ਕੰਨਾਂ ਦਾ ਹੁੰਦਾ। ਗੁਰਬਾਣੀ ਵਿੱਚ ਬਚਨ ਕਹੇ, ਇਹ ਸਰਵਣ ਹੋ ਮੇਰੇ ਹੋ ਸਾਜੈ ਸੁਣਨੇ ਨੂੰ ਪਠਾਏ। ਇਹ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਮਕਲੀ ਰਾਗ ਦੇ ਵਿੱਚ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਬਚਨ ਕਹੇ ਹਨ। ਕਹਿੰਦੇ ਕੰਨਾਂ ਨਾਲ ਸੁਣਨ ਕਰਕੇ, ਰਸਨਾ ਦੇ ਨਾਲ ਉਚਾਰਨ ਕਰਕੇ ਵਾਹਿਗੁਰੂ ਦੇ ਜਿਹੜੇ ਗੁਣ ਸਰਵਣ ਚਿੱਤ ਚੇਤੇ ਸੁਖ ਹੋਈ। ਕਹਿੰਦੇ ਵਾਹਿਗੁਰੂ ਨੂੰ ਚਿੱਤ ਵਿੱਚ ਚੇਤੇ ਕਰੀਏ, ਸਿਮਰੀਏ ਤਾਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਹੁਣ ਦੁੱਖ ਸਾਧ ਸੰਗਤ ਜੀ ਬਹੁਤ ਤਰ੍ਹਾਂ ਦੇ ਹਨ। ਕਈ ਐਸੇ ਦੁੱਖ ਨੇ, ਕਦੇ ਦੁੱਖ ਆ ਗਿਆ, ਕਦੇ ਸੁੱਖ ਆ ਗਿਆ। ਪਰ ਕਈ ਐਸੇ ਸੁੱਖ ਹਨ ਜਦੋਂ ਇੱਕ ਵਾਰ ਆ ਜਾਣ, ਡੇਰਾ ਲਾ ਲੈਣ, ਫਿਰ ਭਲਾ ਸੀਸ ਤੇ ਸਾਧ ਸੰਗਤ ਜੀ ਆਰੇ ਚੱਲ ਜਾਣ, ਭਲਾ ਕੋਪਰ ਲੈ ਜੇ ਭਾਈ ਤਾਰੂ ਸਿੰਘ ਵਾਂਗ, ਉਹ ਸੁੱਖ ਕਦੇ ਖਾਤਮ ਨਹੀਂ ਹੁੰਦੇ। ਭਲਾ ਬੰਦ ਕੱਟਿਆ ਜਾਵੇ, ਉਹ ਸੁੱਖ ਕਦੇ ਨਾਸ ਨਹੀਂ ਹੁੰਦਾ, ਹਮੇਸ਼ਾ ਰਹਿੰਦਾ। ਜੇ ਸਾਧ ਸੰਗਤ ਜੀ ਬੰਦ ਕਟਾਣਾ, ਇਹ ਕਹਿਣ ਤਾਂ ਬਹੁਤ ਸੌਖਾ, ਪਰ ਕੱਲੇ ਕੱਲੇ ਪੋਟੇ ਨੂੰ ਵਢਾ ਲੈਣਾ, ਇਹ ਸਾਧ ਸੰਗਤ ਜੀ ਕਿਸੇ ਆਮ ਇਨਸਾਨ ਦੇ ਹਿੱਸੇ 'ਚ ਨਹੀਂ ਆਉਂਦਾ। ਇਹ ਰੇਕ ਭਾਈ ਤਾਰੂ ਸਿੰਘ ਨਹੀਂ ਬਣ ਸਕਦਾ ਜਿਹੜਾ ਆਪ ਦੇ ਕੇਸ ਨਾਲ ਕਤਲ ਕਰਾਵੇ, ਖੋਪਰ ਲੁਕਾ ਲਵੇ। ਪਰ ਅੱਜ ਸਾਧ ਸੰਗਤ ਜੀ ਸਾਡੇ ਸਿਰਾਂ ਦੇ ਕੋਈ ਮੁੱਲ ਨਹੀਂ ਪੈ ਰਹੇ, ਕੋਈ ਸਾਡੇ ਸਿਰ ਤੇ ਔਰੰਗਜ਼ੇਬ ਦੀ ਤਲਵਾਰ ਨਹੀਂ ਲਟਕ ਰਹੀ, ਕੋਈ ਸਾਨੂੰ ਜ਼ੋਰ ਦੇ ਨਾਲ ਸਾਡੇ ਕੇਸ ਨਹੀਂ ਕਟਾ ਰਿਹਾ। ਪਰ ਅੱਜ ਆਪਾਂ ਗੁਰੂ ਘਰਾਂ ਵਿੱਚ ਵੀ ਜਾਂਦੇ, ਐਸੇ ਵਾਹਿਗੁਰੂ ਦੇ ਪਿਆਰੇ ਜਿਨ੍ਹਾਂ ਨੇ ਖੋਪਰ ਰਹਾਲੇ, ਸੀਸ ਤੇ ਕੇਸ ਕਤਲ ਨਹੀਂ ਕਰਾਏ, ਉਹਨਾਂ ਦੇ ਚਰਨਾਂ ਤੇ ਨਮਸਕਾਰਾਂ ਵੀ ਕਰਦੇ ਹਾਂ। ਪਰ ਸਾਧ ਸੰਗਤ ਜੀ ਆਪਣੇ ਸਿਰ ਤੇ ਕੇਸ ਰੱਖਣ ਵਾਸਤੇ ਤਿਆਰ ਨਹੀਂ। ਜਿਹੜੇ ਵਾਹਿਗੁਰੂ ਨੇ ਦਿੱਤੇ, ਆਪਣੇ ਮੂੰਹ ਤੇ ਦਾੜਾ ਦਿੱਤਾ, ਉਹਨੂੰ ਰੱਖਣ ਲਈ ਤਿਆਰ ਨਹੀਂ। ਵਾਹਿਗੁਰੂ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਨੂੰ ਸੰਭਾਲਣ ਦਾ ਸਾਡੇ ਅੰਦਰ ਕੋਈ ਪ੍ਰੇਮ ਨਹੀਂ ਹੈ। ਇਸ ਵਾਸਤੇ ਕਹਿੰਦੇ ਚਿੱਤ ਚੇਤੇ ਸੁਖ ਹੋਈ। ਐਸੇ ਵਾਹਿਗੁਰੂ ਨੂੰ ਚੇਤੇ ਕਰਨ ਕਰਕੇ ਸੁਖ ਹੁੰਦੇ ਹਨ। ਪਰ ਐਸੇ ਸੁਖ ਹੁੰਦੇ ਜਿਹੜੇ ਕਦੇ ਸਾਧ ਸੰਗਤ ਜੀ ਨਾਸ ਨਹੀਂ ਹੁੰਦੇ, ਕਦੇ ਖਤਮ ਨਹੀਂ ਹੁੰਦੇ। ਭਲਾ ਸੀਸ ਨਾਲੋਂ, ਸੀਸ ਧੜ ਨਾਲੋਂ ਅੱਡ ਵੀ ਹੋ ਜੇ ਤਾਂ ਵੀ ਉਸੇ ਸੁਖ ਵਿੱਚ ਵਿਚਰਦੇ ਹਨ। ਐਸੇ ਸੁਖ ਜਿਹੜੇ ਉਹ ਕਿੱਥੋਂ ਪ੍ਰਾਪਤ ਹੁੰਦੇ? ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦੇ, ਸਾਧ ਸੰਗਤ ਵਿੱਚੋਂ ਪ੍ਰਾਪਤ ਹੁੰਦੇ ਹਨ। ਕਹ ਭੀਖਨ ਦੋਇ ਨੈਣ ਸੰਤੋਖੇ, ਜਹ ਦੇਖਾਂ ਤਹ ਸੋਈ। ਭਗਤ ਭੀਖਨ ਸਾਹਿਬ ਜੀ ਸਮਾਪਤੀ ਕਰਦੇ ਹੋਏ ਬਚਨ ਕਹਿ ਰਹੇ ਹਨ। ਕਹ ਭੀਖਨ ਦੋਇ ਨੈਣ ਸੰਤੋਖੇ, ਭਗਤ ਭੀਖਨ ਸਾਹਿਬ ਜੀ ਕਹਿ ਰਹੇ ਹਨ, ਕਹਿੰਦੇ ਜਿਹੜੇ ਮੇਰੇ ਦੋਵੇਂ ਨੇਤਰ ਹਨ ਸੰਤੋਖੇ, ਇਹ ਪ੍ਰਸੰਨ ਹੋ ਗਏ, ਸੰਤੋਖ ਵਿੱਚ ਆ ਗਏ ਹਨ। ਇਹ ਪ੍ਰਤੱਖ ਨੇਤਰ ਵੀ, ਜਿਨ੍ਹਾਂ ਬਾਰੇ ਭਾਈ ਗੁਰਦਾਸ ਸਾਹਿਬ ਜੀ ਨੇ 12 ਦੇ ਵਿੱਚ ਸੁੰਦਰ ਬਚਨ ਕਹੇ, ਅੱਖੀ ਵੇਖ ਨਾ ਰੱਖੀਆਂ ਬਹੁ ਰੰਗ ਤਮਾਸੇ,
ਜਿਹੜੀਆਂ ਸਾਡੀਆਂ ਅੱਖਾਂ ਨੇ ਦੁਨੀਆ ਦੇ ਰੰਗ ਤਮਾਸ਼ੇ ਵੇਖ ਕੇ ਰੜਦੀਆਂ ਨਹੀਂ, ਪਰ ਭਗਤ ਜੀ ਕਹਿ ਰਹੇ ਹਨ ਇਹ ਸਾਡੇ ਦੋਵੇਂ ਨੇਤਰ ਜਿਹੜੇ ਹਨ ਇਹ ਸਾਧ ਸੰਗਤ ਜੀ ਪ੍ਰਸੰਨ ਹੋ ਗਏ, ਸੰਤੋਖ ਇਹਨਾਂ ਦੇ ਵਿੱਚ ਆ ਗਿਆ। ਜਹ ਦੇਖਾਂ ਤਹ ਸੋਈ, ਕਹਿੰਦੇ ਹੁਣ ਮੈਂ ਜਿੱਧਰ ਵੀ ਵੇਖਦਾ ਉੱਧਰ ਮੈਨੂੰ ਪਰਮੇਸ਼ਰ ਵਾਹਿਗੁਰੂ ਹੀ ਨਜ਼ਰ ਆਉਂਦਾ। ਜਿਵੇਂ ਕਿਸੇ ਦੇ ਬਚਨ ਹਨ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਜਿਹੋ ਜੀ ਸਾਡੀ ਨਿਗਾਹ ਹੋਵੇ ਉਹੋ ਜਿਹਾ ਸਾਨੂੰ ਅੱਗੇ ਸਾਰਾ ਕੁਝ ਨਜ਼ਰ ਆਉਂਦਾ। ਐਸੀ ਬਿਰਤੀ ਵਾਲੇ ਬਣ ਗਏ, ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਸਾਧ ਸੰਗਤ ਜੀ ਸਾਰੇ ਪਾਸੇ ਕਹਿੰਦੇ ਜਿੱਧਰ ਵੀ ਅਸੀਂ ਵੇਖਦੇ ਹਾਂ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਨਜ਼ਰ ਆਉਂਦਾ ਹੈ। ਜਿਵੇਂ ਭਾਈ ਨੰਦ ਲਾਲ ਸਾਹਿਬ ਜੀ ਨੇ ਵੀ ਸਾਰੇ ਪਾਸੇ ਉਸ ਪਰਮੇਸ਼ਰ ਵਾਹਿਗੁਰੂ ਨੂੰ ਤੱਕਿਆ, ਭਾਈ ਕਨ੍ਹਈਆ ਸਾਹਿਬ ਜੀ ਨੇ ਵੀ ਸਾਧ ਸੰਗਤ ਜੀ ਐਸੀ ਬਿਰਤੀ ਬਣ ਗਈ ਸੀ, ਸਾਰੇ ਪਾਸੇ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ ਵਾਲੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋਈ ਸੀ। ਐਸੀ ਅਵਸਥਾ ਭਗਤ ਭੀਖਨ ਸਾਹਿਬ ਜੀ ਕਹਿੰਦੇ ਸਾਨੂੰ ਵਾਹਿਗੁਰੂ ਨੇ ਆਪ ਦਿੱਤੀ ਹੈ, ਨਾਮ ਰੂਪੀ ਰਤਨ ਹਿਰਦੇ ਵਿੱਚ ਬਖਸ਼ਿਸ਼ ਕਰਕੇ ਸਾਨੂੰ ਐਸੀ ਅਵਸਥਾ ਦਾ ਮਾਣ ਪ੍ਰਾਪਤ ਹੋਇਆ ਹੈ। ਇਹ ਭਗਤ ਭੀਖਨ ਸਾਹਿਬ ਜੀ ਦੀ ਬਾਣੀ ਜੋ ਸਾਨੂੰ ਸ਼ਰਵਣ ਕਰਨ ਵਾਸਤੇ ਮਿਲੀ ਹੈ, ਪਾਤਸ਼ਾਹ ਜੀ ਦਾ ਰੋਮ ਰੋਮ ਕਰਕੇ ਧੰਨਵਾਦ। ਗੁਰੂ ਪਾਤਸ਼ਾਹ ਜੀ ਦੀ ਗੁਰਬਾਣੀ ਅਗਾਧ ਬੋਧ ਹੈ, ਜੀਵ ਰਸਨਾ ਭੁੱਲਣਹਾਰ ਹੈ, ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ, ਆਪ ਗੁਰੂ ਦੀਆਂ ਸਿੱਖ ਸੰਗਤਾਂ ਬਖਸ਼ਣਯੋਗ ਹੋ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ। ਆਓ ਸਮਾਂ ਸੰਪੂਰਨ ਹੋ ਚੱਲਾ, ਤਕਰੀਬਨ 3 ਮਿੰਟ ਬਾਕੀ ਹਨ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਰਸਨਾ ਰਮਤ ਸੁਨਤ ਸੁਖ ਸਰਵਨਾ, ਜਿਤ ਚੇਤੇ ਸੁਖ ਹੋਈ। ਕਹੋ ਭੀਖਨ ਦੋਇ ਨੈਣ ਸੰਤੋਖੇ, ਜਹ ਦੇਖਾਂ ਤਹ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।